ਹਕੀਮ ਸਾਹਿਬ ਤੁਸੀਂ ਇੱਕ ਗੱਲ ਤੁਹਾਨੂੰ ਦੱਸੋ, ਤੁਸੀਂ ਕਮੈਂਟ ਵੀ ਤੁਹਾਡੇ ਕਰੀ ਦੇ ਨੇ, ਸੁਣੀਦਾ ਵੀ ਤੁਹਾਨੂੰ ਜੀ ਬਹੁਤ ਅੱਛੀ, ਯਾਨੀ ਕਿ ਤਾਰੀਫ ਰੱਬ ਦੀ ਕਰਨੀ ਚਾਹੀਦੀ ਹੈ। ਤੁਸੀਂ ਇਹ ਆਖਿਆ ਵੀ ਸ਼ਫਾਰ ਅੱਲਾਹ ਤਾਲਾ ਦੇ ਹੱਥ ਦੇ ਵਿੱਚ। ਬੇਸ਼ੱਕ ਮੈਂ ਉਹ ਮਸਲਾ ਤੁਸੀਂ ਕਿਹਾ ਵੀ ਮੈਂ ਦੱਸ ਰਿਹਾ ਜਿਹੜਾ ਤਿਬ ਦੇ ਵਿੱਚ ਹੋਵੇ, ਤਿਬ ਤੋਂ ਬਗੈਰ ਮੈਂ ਕਦੀ ਕੋਈ ਮਸਲਾ ਨਹੀਂ, ਤਿਬ ਤੋਂ ਬਗੈਰ ਦੱਸਣਾ ਵੀ ਨਹੀਂ ਚਾਹੀਦਾ। ਨਬੀ ਅਲੈਹਿਸਲਾਮ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਅਲੀ ਸ਼ਾਨ ਹੈ। ਆਪ ਸਰਕਾਰ ਫਰਮਾਉਂਦੇ ਨੇ ਕਿ ਜਿਹੜੀ ਚੀਜ਼ ਦਾ ਇਲਾਜ ਜਾਣਦੇ ਉਹਨੂੰ ਤਾਂ ਇਲਾਜ ਕਰੋ, ਜਿਹਦਾ ਇਲਾਜ ਨਹੀਂ ਨਾ ਜਾਣਦੇ ਉਹਦਾ ਇਲਾਜ ਨਾ ਕਰੋ। ਤੁਸੀਂ ਫਿਰ ਧੋਖਾ ਕਰਦੇ ਪਏ ਜੀ। ਤੇ ਫੌਜੀਆ ਧੋਖਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਨਹੀਂ ਸਰ, ਧੋਖਾ ਅੱਗੇ ਆ ਜਾਂਦਾ, ਸਿਆਪਾ ਹੈ, ਡਰਦੇ ਤਾਂ ਨਹੀਂ ਨਾ ਕਰਦੇ। ਇਹ ਰੱਬ ਦਾ ਦੇਣ ਹੋ ਜਾਂਦਾ। ਨਾਮ ਕੀ ਤੁਹਾਡਾ? ਮੁਖਤਾਰ। ਮੁਖਤਾਰ ਭਾਈ, 1 ਸਾਲ ਪਹਿਲੇ ਤੁਸੀਂ ਆਏ, ਨਾਰਾਜ਼ ਹੋ ਕੇ ਚਲੇ ਗਏ। ਹਾਂਜੀ, ਐਵੇਂ ਹੀ ਹੈ। ਬਿਲਕੁਲ ਉਹ ਅੱਜ ਸਾਰੀਆਂ ਗੱਲਾਂ ਦੀ ਸਮਝ ਲੱਗ ਗਈ, ਲੱਗ ਵੀ ਗਈ, ਇਹ ਕਰ ਵੀ ਦਿੱਤੀਆਂ ਤੁਹਾਡੇ ਨਾਲ। ਇੱਕ ਗੱਲ ਦੱਸਦਾ ਜੀ, ਤੁਸੀਂ ਮੈਨੂੰ ਕਿਹਾ ਸ਼ੂਗਰ ਦਾ ਇਲਾਜ ਕਿਉਂ ਨਹੀਂ? ਜੇ ਸ਼ੂਗਰ ਦਾ ਕੋਈ ਇਲਾਜ ਮੈਂ ਤੁਹਾਨੂੰ ਕੀ ਦੱਸਾਂ, ਲੋਕੀ ਜਾਂਦੇ ਹੀ ਪੁੱਠਾ ਕੰਨ ਫੜਦੇ ਨੇ, ਮੈਂ ਕਰਾਂਗੀ। ਉਹ ਤੇ ਠੀਕ ਹੈ। ਦੇਖੋ ਗੱਲ ਇਹ ਆ, ਜਦੋਂ ਸਾਰੀ ਦੁਨੀਆ ਦੇ ਡਾਕਟਰਾਂ ਨੇ ਸ਼ੂਗਰ ਵਾਲੇ ਪਾਸੇ ਲੋਕਾਂ ਨੂੰ ਇਲਾਜ ਤਾਂ ਦਿਲ ਦੇ ਮਰਜ਼ਾਂ ਵਾਲੇ ਪਾਸੇ, ਕੋਈ ਮਿਹਦੇ ਤੇ ਮਰਜ਼ਾਂ ਵਾਲੇ ਪਾਸੇ ਆਉਂਦਾ ਨਹੀਂ ਸਰ। ਚਾਹੀਦਾ ਮਿਹਦੇ ਦੀ ਸਲਾਹ ਕਰ ਲਓ, ਨਾ ਦਿਲ ਦੀ ਪ੍ਰੋਬਲਮ ਆਏਗੀ ਤੇ ਨਾ ਹੀ ਜਿਹੜੇ ਤੁਸੀਂ ਆ ਪ੍ਰੋਬਲਮ ਦੱਸਣ ਦਾ ਕੋਈ ਆਏਗੀ ਕਿਸੇ ਕਿਸਮ ਦੀ, ਨਾ ਜਿਗਰ ਦੀ, ਨਾ ਕੈਂਸਰ ਦੀ, ਨਾ ਦਿਮਾਗ ਦੀ, ਨਾ ਸ਼ੂਗਰ ਦੀ, ਨਾ ਬਲੱਡ ਪ੍ਰੈਸ਼ਰ ਦੀ। ਅਗਰ ਮਿਹਦਾ ਦਰੁਸਤ ਹੋਵੇ ਤੇ ਫੌਜੀਆ ਫਿਰ ਕੋਈ ਬਿਮਾਰੀ ਨਹੀਂ ਆ ਸਕਦੀ। ਸੌਖਾ ਜਿਹਾ ਕੰਮ ਦੱਸ ਦਿੱਤਾ, ਇਹ ਸਹੀ ਹੈ। ਜਾਂ ਲੋਕਾਂ ਕੋਲ ਪੈਸੇ ਕਮਾਈਏ ਮੁਖਤਲਿਫ ਝੂਠ ਬੋਲ ਕੇ, ਮੁਖਤਲਿਫ ਹਰਬੇ ਲਾ ਕੇ, ਮੁਖਤਲਿਫ ਤਾਕਤਾਂ ਲਾ ਕੇ, ਉਹ ਸਹੀ ਨਹੀਂ। ਇਹ ਜਿੰਨੇ ਲੋਕ ਵੀ ਆਉਂਦੇ ਪਏ ਨੇ, ਤੁਸੀਂ ਵਹਿੰਦੇ ਪਿਓ, ਤਾਵਨ ਹੁੰਦਾ ਪਿਆ। ਬਾਹਰ ਮੈਂ ਸ਼ੋਅ ਨਹੀਂ ਕਰਾਉਂਦਾ ਕਿਉਂਕਿ ਮੇਰਾ ਅੱਜ ਤੂੰ ਮੇਰੇ ਕੋਲ ਬੈਠਾ ਤੇ ਤੈਨੂੰ ਗੱਲਾਂ ਦਾ ਪਤਾ ਲੱਗਣ ਡਿਆ। ਔਰ ਇਹ ਵੀ ਗੱਲ ਹੋਈ ਕਿ ਜਿਹੜਾ ਮਰੀਜ਼ ਆਉਂਦਾ ਤੁਹਾਡੇ ਕੋਲ, ਉਹਦੀ ਤੁਸੀਂ ਗੱਲ ਬੜੀ ਗੌਰ ਨਾਲ ਸੁਣਦੇ ਜੀ, ਸਮਝ ਗਿਆ ਨਾ? ਇੱਕ ਤਾਂ ਹੁੰਦਾ ਨਾ ਆਮ ਫੌਜੀਆ ਜੇ ਸੁਣਿਆ ਹੀ ਨਹੀਂ ਤੇ ਉਹ ਤਾਂ ਟੁੱਟਾ ਦਿਲ ਲੈ ਕੇ ਆਇਆ ਤੇ ਟੁੱਟਾ ਦਿਲ ਲੈ ਕੇ ਲੱਗੇ ਚਲਾ ਗਿਆ। ਮਰੀਜ਼ ਜਦੋਂ ਆਉਂਦਾ ਉਹ ਦਿਲ 'ਚ 100 ਗੱਲਾਂ ਸੋਚ ਕੇ ਆਉਂਦਾ ਕਿ ਮੈਂ ਜਾ ਕੇ ਅੱਬੂ ਅਬਦੁੱਲਾ ਨੂੰ ਮਿਲਾਂਗਾ, ਆ ਵੀ ਗੱਲ ਕਰਨੀ, ਆ ਵੀ ਕਰਨੀ, ਆ ਵੀ ਕਰਨੀ, ਆ ਵੀ ਕਰਨੀ, ਐਵੇਂ ਹੀ ਹੈ ਨਾ। ਤੇ ਯਾਰ ਜੇ ਮੈਂ ਸੁਣਾ ਨਾ ਤੇ ਫਿਰ ਫਾਇਦਾ ਕੋਈ ਨਹੀਂ, ਥੋੜਾ ਜਿਹਾ ਅੱਗੇ ਹੋ ਗਏ ਬੈ, ਫਿਰ ਫਾਇਦਾ ਕੀ ਹੈ? ਫਿਰ ਡਰਾਮਾ ਹੀ ਹੈ ਨਾ। ਡਰਾਮਾ। ਤੇ ਮੈਂ ਡਰਾਮੇ ਤੋਂ ਬਚਣਾ ਚਾਹੁੰਦਾ। ਤੂੰ ਭਾਈ ਰਾਜ਼ੀ? ਮੈਂ ਰਾਜ਼ੀ ਹਾਂ, ਖੁਸ਼ ਹੈ? ਮੈਂ ਖੁਸ਼ ਹਾਂ, ਦਿਲ ਕੇ ਖੁਸ਼ ਹਾਂ ਜੀ। ਅੱਲਾ ਤੁਹਾਨੂੰ ਤੰਦਰੁਸਤੀ ਦੇਵੇ, ਅੱਲਾ ਤੁਹਾਨੂੰ ਸਿਹਤ ਵਾਲੀ ਜ਼ਿੰਦਗੀ ਦੇਵੇ। ਇੱਕ ਦਵਾਈ ਮੈਂ ਤੁਹਾਡੀ ਲਿਖੀ ਹੈ। ਠੀਕ ਹੈ ਸਾਲ ਬਾਅਦ ਆਇਓ, ਕਿੰਨੀ ਦਵਾਈਆਂ ਲਿਖੀਆਂ ਨੇ? ਇੱਕ ਦਵਾਈ। ਜ਼ਿੰਦਗੀ ਹਰਬਲ ਟੌਨਿਕ ਬਿਸਮਿਲ੍ਲਾ ਪੜ੍ਹ ਕੇ ਜਾ ਕੇ ਇਸਤੇਮਾਲ ਕਰੋ ਤੇ ਮੈਨੂੰ ਦੁਆਵਾਂ 'ਚ ਯਾਦ ਕਰੋ। ਠੀਕ ਹੈ। ਇੱਥੇ ਫਜ਼ੂਲ ਦਵਾਈ ਨਹੀਂ ਦਿੱਤੀ ਜਾਂਦੀ, ਫਜ਼ੂਲ ਟੈਸਟ ਨਹੀਂ ਕਿਹਾ ਜਾਂਦਾ, ਫਜ਼ੂਲ ਕਿਸੇ ਤੇ ਬੋਝ ਨਹੀਂ ਪਾਇਆ ਜਾਂਦਾ। ਯਾਰ ਫੌਜੀਆ, ਰਿਜ਼ਕ ਤਾਂ ਮੇਰੇ ਰੱਬ ਨੇ ਮੈਨੂੰ ਦੇਣਾ ਹੀ ਦੇਣਾ ਹੈ। ਉਹ ਤੇ ਜੋ ਲਿਖਿਆ ਉਹ ਤੇ ਮਿਲਣਾ ਹੀ। ਤੇ ਮੈਂ ਪਾਗਲ ਐਵੇਂ ਫਾਇਆ ਗੱਲ 'ਚ ਪਾ ਲਵਾਂ? ਉਹ ਲੈਣੇ ਆ ਜਿਹੜਾ ਹੈਗਾ, ਦੂਜਾ ਰਿਜ਼ਕ ਨਹੀਂ ਚਾਹੀਦਾ। ਮੈਨੂੰ ਕੀ ਪਤਾ ਵੀ ਕੱਲ ਨੂੰ ਮੇਰੀ ਕਬਰ ਤੇ ਕਿਸੇ ਨੇ ਆਉਣਾ ਕਿ ਨਹੀਂ ਆਉਣਾ, ਉਹ ਪਤਾ ਹੈ ਨਹੀਂ। ਤੇ ਬੰਦਾ ਓਨਾ ਕੁਝ ਕਰਕੇ ਜਾਵੇ ਜਿੰਨਾ ਕੋ ਅੱਗੇ ਬਰਦਾਸ਼ਤ ਕਰ ਲਵੇ, ਓਨਾ ਕੋ ਵਜ਼ਨ ਚੁੱਕੇ ਜਿੰਨਾ ਧੌਣ ਬਰਦਾਸ਼ਤ ਕਰ ਲਵੇ। ਲਓ ਫਿਰ ਮੁਲਾਕਾਤਾਂ ਹੋਣਗੀਆਂ। ਰਾਜ਼ੀ ਜਾਣਾ ਤੇ ਖੁਸ਼ ਜਾਣਾ। ਅਸਲਾਮ ਵਾਲੇਕੁਮ ਵਰਹਿਮਤੁਲਾਹ ਵਬਰਕਾਤੁਹੂ।